ਹਾਂਜੀ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਰਿਆਂ ਦਾ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਸਾਹਿਤ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਪੜ੍ਹਾਂਗੇ ਸਾਡੀ ਆਧੁਨਿਕ ਪੰਜਾਬੀ ਕਹਾਣੀ ਦਾ ਇਤਿਹਾਸ। ਗਲਪ ਦੇ ਵਿੱਚ, ਪੰਜਾਬੀ ਗਲਪ ਦੇ ਇਤਿਹਾਸ ਵਿੱਚ ਆਪਾਂ ਨਾਵਲ ਪੜ੍ਹ ਚੁੱਕੇ ਹਾਂ ਅਤੇ ਅੱਗੇ ਆਪਾਂ ਆਧੁਨਿਕ ਪੰਜਾਬੀ ਕਹਾਣੀ ਦੇ ਬਾਰੇ ਪੜ੍ਹਨਾ ਹੈ। ਕਹਾਣੀ ਵਾਲਾ ਤੁਹਾਨੂੰ ਪਤਾ 10ਵੀਂ ਦੀ ਜਮਾਤ ਵਿੱਚ ਵੀ ਆਪਣੀਆਂ ਕਹਾਣੀਆਂ ਦੇ ਰੱਖੀਆਂ। ਕੁਝ ਪਹਿਲਾਂ ਤਾਂ ਮੈਂ ਤੁਹਾਨੂੰ ਉਹਨਾਂ ਬਾਰੇ ਦੱਸ ਦੇਵਾਂ, ਸਾਰੀਆਂ ਪੜ੍ਹਨੀਆਂ ਤੁਸੀਂ ਬਈਓ, ਇਹ ਤੁਸੀਂ ਥੋੜ੍ਹਾ ਜਿਹਾ ਧਿਆਨ 'ਚ ਰੱਖਣਾ। ਆਲੋਚਨਾਤਮਕ ਵਿਆਖਿਆ ਮੈਂ ਤੁਹਾਨੂੰ ਦੱਸ ਦੂੰਗਾ। ਪ੍ਰਸ਼ਨ ਹੈ ਜਿਹੜਾ ਕਹਾਣੀ ਦੇ ਵਿੱਚ ਉਹ ਕਿਸ ਤਰ੍ਹਾਂ ਬਣਦਾ, ਇਹ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ। ਅਤੇ ਹਾਂਜੀ, 10ਵੀਂ ਵਾਲੀ ਜਮਾਤ ਵਾਲੀ ਬੁੱਕ ਹੈ ਆਪਣੀ, ਇਹ ਉਹੀ ਹੈ ਜਿਹਨੂੰ ਪੜ੍ਹ ਕੇ ਮੈਂ ਨੌਕਰੀ ਲੱਗਿਆ ਸੀ। ਹਾਂਜੀ, ਆਪਾਂ ਕਹਾਣੀਆਂ ਪੜ੍ਹਨੀਆਂ। ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਤਾਂ ਆਪਾਂ ਪੜ੍ਹਨਾ ਹੀ ਪੜ੍ਹਨਾ ਹੈ ਆਧੁਨਿਕ ਪੰਜਾਬੀ ਕਹਾਣੀ ਦੇ ਵਿੱਚ। ਫਸਟ ਗ੍ਰੇਡ ਵਾਲਿਆਂ ਨੇ ਤੁਸੀਂ ਕਿਹੜੇ ਕਿਹੜੇ ਪੜ੍ਹਨੇ ਆ ਇਹ ਅਲੱਗ ਪਤਾ ਲੱਗ ਜੂਗਾ ਆਪਾਂ ਨੂੰ। ਕਹਾਣੀਆਂ ਦੇ ਵਿੱਚੋਂ ਗੁਰਬਖਸ਼ ਸਿੰਘ ਪ੍ਰੀਤ ਲੜੀ, ਇਹਦੀ ਕਹਾਣੀ ਦੇ ਰੱਖੀ ਆ ਬਹੁਤਾ ਪਾਂਧੀ। ਬਹੁਤ ਸ਼ਾਨਦਾਰ ਤਰੀਕੇ ਨਾਲ ਪੜ੍ਹਨੀ ਹੈ। ਬਹੁਤਾ ਪਾਂਧੀ ਮਤਲਬ ਪੁੱਜਿਆ ਹੋਇਆ ਪਾਂਧੀ, ਫਲਾਨਾ ਬੰਦਾ ਜੀ ਬੜਾ ਪਹੁੰਚਿਆ ਹੋਇਆ, ਬੜਾ ਪੁੱਜਿਆ ਹੋਇਆ, ਬਹੁਤਾ ਪਾਂਧੀ। ਸੰਤ ਸਿੰਘ ਸੇਖੋਂ ਵੀ ਪੜ੍ਹਨਾ ਬਈ ਲੈਕਚਰਾਰ ਵਾਲਿਓ ਤੁਸੀਂ। ਸੰਤ ਸਿੰਘ ਸੇਖੋਂ ਦੀ ਕਹਾਣੀ ਦੇ ਰੱਖੀ ਆ ਪੇਮੀ ਦੇ ਨਿਆਣੇ। ਧਿਆਨ ਰੱਖਿਓ, ਪੇਮੀ ਦੇ ਨਿਆਣੇ ਆ ਇਹ ਕਹਾਣੀ ਦਾ ਨਾਮ। ਕਿਤੇ ਐ ਸਮਝੋ ਵੀ ਪ੍ਰੇਮੀ ਦੇ ਨਿਆਣੇ ਆ, ਪੇਮੀ ਦੇ ਨਿਆਣੇ ਹੀ ਹੈ ਕਹਾਣੀ ਦਾ ਨਾਮ ਹੀ ਐਵੇਂ ਦਾ। ਸੰਤੋਖ ਸਿੰਘ ਧੀਰ ਨਹੀਂ ਪੜ੍ਹਨਾ। ਸੰਤੋਖ ਸਿੰਘ ਧੀਰ ਤਾਂ ਬਹੁਤ ਘੈਂਟ ਸੀਗਾ, ਇਹ ਤੁਹਾਡੇ ਸਿਲੇਬਸ 'ਚ ਹੈ ਨਹੀਂ ਗਾ। ਸੰਤੋਖ ਸਿੰਘ ਧੀਰ, ਚਲੋ ਸੰਤੋਖ ਸਿੰਘ ਧੀਰ ਦੀ ਕਹਾਣੀ ਆਪਾਂ ਸਾਂਝੀ ਕੰਧ ਦੀ ਗੱਲ ਕਰਾਂਗੇ। ਬਹੁਤ ਸ਼ਾਨਦਾਰ ਕਹਾਣੀ ਲਿਖੀ ਹੈ। ਕੁਲਵੰਤ ਸਿੰਘ ਵਿਰਕ ਤਾਂ ਤੁਹਾਨੂੰ ਪਤਾ ਹੈ ਕਹਾਣੀ ਦੇ ਵਿੱਚ ਪੜ੍ਹਨਾ ਹੀ ਪੜ੍ਹਨਾ ਹੁੰਦਾ। ਕੁਲਵੰਤ ਸਿੰਘ ਵਿਰਕ ਤੋਂ ਬਿਨਾਂ ਤਾਂ ਕਹਾਣੀ ਅਧੂਰੀ ਹੈ ਸਾਡੀ। ਦੁੱਧ ਦਾ ਛੱਪੜ, ਲਾਲ ਅਤੇ ਦਿਆਲ ਵਾਲੀ ਕਹਾਣੀ ਹੈ ਜਿਹੜੀ। ਅੱਗੇ ਹੈਗੀ ਹੈ ਗੁਰਬਚਨ ਸਿੰਘ ਭੁੱਲਰ। ਗੁਰਬਚਨ ਸਿੰਘ ਭੁੱਲਰ ਤੁਹਾਡੇ ਸਿਲੇਬਸ ਦੇ ਵਿੱਚ ਵੀ, ਸਿਲੇਬਸ ਬਾਈ ਰੱਖਿਆ ਕਰੋ ਅੱਗੇ, ਹਮੇਸ਼ਾ ਧਿਆਨ ਰਹਿੰਦਾ ਤੁਹਾਨੂੰ। ਗੁਰਬਚਨ ਸਿੰਘ ਭੁੱਲਰ ਦੀ 10ਵੀਂ ਦੇ ਵਿੱਚ ਕਹਾਣੀ ਦੇ ਰੱਖੀ ਹੈ ਖੂਨ। ਸੋ ਕੁੱਲ ਆਪਾਂ ਨੂੰ ਦਿੱਤੀਆਂ ਹੋਈਆਂ 5 ਕਹਾਣੀਆਂ ਦਿੱਤੀਆਂ, ਪੰਜਾਂ ਦਾ ਆਪਾਂ ਜ਼ਿਕਰ ਕਰਨਾ। ਸੈਕਿੰਡ ਗ੍ਰੇਡ ਵਾਲਿਓ ਤੁਸੀਂ ਕਿਹੜੇ ਕਿਹੜੇ ਕਹਾਣੀਕਾਰ ਪੜ੍ਹਨੇ ਆ? ਗੁਰਬਖਸ਼ ਸਿੰਘ ਪ੍ਰੀਤ ਲੜੀ ਦੋਨਾਂ ਨੇ ਹੀ ਪੜ੍ਹਨਾ ਤੁਸੀਂ। ਸੰਤ ਸਿੰਘ ਸੇਖੋਂ ਦੋਨਾਂ ਨੇ ਹੀ ਪੜ੍ਹਨਾ, ਫਸਟ ਗ੍ਰੇਡ ਸੈਕਿੰਡ ਗ੍ਰੇਡ ਨੇ। ਸੁਜਾਨ ਸਿੰਘ ਦੀ ਸੁਜਾਨ ਸਿੰਘ ਸਿਰਫ ਸੈਕਿੰਡ ਗ੍ਰੇਡ ਦੇ ਵਿੱਚ ਹੈ। ਸੁਜਾਨ ਸਿੰਘ ਫਸਟ ਗ੍ਰੇਡ ਦੇ ਵਿੱਚ ਹੈ ਨਹੀਂ ਗਾ ਬੇਟਾ ਜੀ, ਬਿਲਕੁਲ ਨਹੀਂ ਹੈਗਾ। ਸੁਜਾਨ ਸਿੰਘ ਸੈਕਿੰਡ ਗ੍ਰੇਡ ਨੇ ਪੜ੍ਹਨਾ, ਫਸਟ ਗ੍ਰੇਡ ਨੇ ਨਹੀਂ ਪੜ੍ਹਨਾ। ਅੱਗੇ ਦੇਖੋ, ਹਾਂ 12ਵੀਂ ਵਾਲੀ ਜਮਾਤ ਵਿੱਚ ਜੇ ਸੁਜਾਨ ਸਿੰਘ ਦੀਆਂ ਉਹ ਦਿੱਤਾ ਹੋਊਗਾ ਨਾ ਆਧੁਨਿਕ ਪੰਜਾਬੀ ਕਹਾਣੀ ਦਾ ਇਤਿਹਾਸ, ਉਹਦੇ ਵਿੱਚੋਂ ਤਾਂ ਪੜ੍ਹਨਾ ਹੀ ਹੈ, ਤੁਹਾਨੂੰ ਪਤਾ ਹੀ ਆ, ਉਹ ਤਾਂ ਆਪਾਂ ਛੱਡਣਾ ਹੀ ਨਹੀਂ। ਇਹ ਮੈਂ ਉਸ ਤੋਂ ਬਾਅਦ ਉਹ ਹਾਈ ਲੈਵਲ ਦੀ ਗੱਲ ਕਰ ਰਿਹਾ। ਫਿਰ ਬੇਟਾ ਜੀ ਤੁਸੀਂ ਕਹਾਣੀ ਦੇ ਵਿੱਚੋਂ ਕਰਤਾਰ ਸਿੰਘ ਦੁੱਗਲ ਤਾਂ ਤੁਸੀਂ ਦੋਨਾਂ ਨੇ ਹੀ ਪੜ੍ਹਨਾ, ਫਸਟ ਸੈਕਿੰਡ ਗ੍ਰੇਡ। ਕੁਲਵੰਤ ਸਿੰਘ ਵਿਰਕ ਵੀ ਬੇਟਾ ਜੀ ਪੜ੍ਹਨਾ ਦੋਨਾਂ ਨੇ। ਵਰਿਆਮ ਸਿੰਘ ਸੰਧੂ ਵੀ ਦੋਨਾਂ ਨੇ ਹੀ ਪੜ੍ਹਨਾ। ਗੁਰਬਚਨ ਸਿੰਘ ਭੁੱਲਰ ਵੀ ਦੋਨਾਂ ਨੇ ਹੀ ਪੜ੍ਹਨਾ। ਅਤੇ ਜਿਹੜਾ ਤਾਂ ਅਜੀਤ ਕੌਰ ਦੇ ਰੱਖੀ ਹੈ, ਅਜੀਤ ਕੌਰ ਵੀ ਦੋਨਾਂ ਨੇ ਹੀ ਪੜ੍ਹਨੀ ਹੈ, ਸਹੀ ਹੈ, ਠੀਕ ਹੈ। ਅਤੇ ਇੱਕ ਰਹਿ ਗਿਆ ਪ੍ਰੇਮ ਪ੍ਰਕਾਸ਼। ਹਾਂ, ਪ੍ਰੇਮ ਪ੍ਰਕਾਸ਼ ਸੈਕਿੰਡ ਗ੍ਰੇਡ ਵਾਲਿਆਂ ਨੇ ਅੱਡ ਪੜ੍ਹਨਾ। ਪ੍ਰੇਮ ਪ੍ਰਕਾਸ਼ ਇੱਕ ਸੈਕਿੰਡ ਗ੍ਰੇਡ ਵਾਲਿਆਂ ਨੇ ਅੱਡ ਪੜ੍ਹਨਾ ਅਤੇ ਇੱਕ ਸੁਜਾਨ ਸਿੰਘ। ਸੁਜਾਨ ਸਿੰਘ ਅਤੇ ਪ੍ਰੇਮ ਪ੍ਰਕਾਸ਼ ਇਹ ਦੋਨੋਂ ਤੁਸੀਂ ਅੱਡ ਪੜ੍ਹਨੇ ਆ ਸੈਕਿੰਡ ਗ੍ਰੇਡ ਵਾਲਿਆਂ ਨੇ। ਅਤੇ ਫਸਟ ਗ੍ਰੇਡ ਵਾਲਿਆਂ ਦਾ ਤਾਂ ਪਤਾ ਹੀ ਹੈ, ਫਿਰ ਉਹਨਾਂ ਨੇ ਤਾਂ ਉਹੀ ਪੜ੍ਹਨੇ ਹੀ ਆ ਸਾਰੇ ਜਿਹੜੇ ਮਤਲਬ ਮੈਂ ਬੋਲੇ ਆ ਹੁਣੇ ਜਸਟ ਹੀ। ਚਲੋ ਆ ਜਾਓ ਫਿਰ ਪਹਿਲਾਂ 12ਵੀਂ ਦੀ ਜਮਾਤ ਵਿੱਚ ਪੰਜਾਬੀ ਕਹਾਣੀ ਦੇ ਇਤਿਹਾਸ ਦੇ ਵਿੱਚ ਗੱਲ ਕਰਦੇ ਹਾਂ ਵੀ ਕੀ ਕੁਛ ਦੇ ਰੱਖਿਆ ਅਤੇ ਉਹਦੇ ਵਿੱਚੋਂ ਪ੍ਰਸ਼ਨ ਕਿੱਥੇ ਕਿੱਥੇ ਪੁੱਛੇ ਜਾ ਸਕਦੇ ਆ। ਪੰਜਾਬੀ ਕਹਾਣੀ ਦਾ ਇਤਿਹਾਸ ਇੰਡੈਕਸ ਦੇ ਵਿੱਚ ਪਹਿਲਾਂ ਦੇਖ ਲਈਏ ਵੀ ਕਿੰਨੇ ਕੁ ਪੇਜ ਨੰਬਰ 'ਤੇ ਹੈ। ਪੰਜਾਬੀ ਕਹਾਣੀ ਦਾ ਇਤਿਹਾਸ ਕਹਾਣੀਆਂ ਕਿਹੜੀਆਂ ਕਿਹੜੀਆਂ ਦੇ ਰੱਖੀਆਂ ਦੇਖ ਲਓ, ਆ ਪੜ੍ਹਨੇ ਆ ਸਾਰੇ ਆਪਾਂ। ਨਾਨਕ ਸਿੰਘ ਦੀ ਭੂਆ ਕਹਾਣੀ, ਇਹ ਵੀ ਆਪਾਂ ਪੜ੍ਹਾਂਗੇ, ਇਹਦੇ 'ਤੇ ਵੀ ਪੜ੍ਹਾਂਗੇ। ਅਤੇ ਪੜ੍ਹੋਗੇ ਤਾਂ ਤੁਸੀਂ, ਮੈਂ ਤਾਂ ਸਿਰਫ ਦੱਸੂਗਾ ਵੀ ਇਹਦੇ ਵਿੱਚ ਪ੍ਰਸ਼ਨ ਕਿਵੇਂ ਪਾਊਗਾ ਜੇ ਪਾਊਗਾ ਤਾਂ। ਹਾਂ, ਜਿਹੜੀਆਂ ਆਪਣੇ ਸਿਲੇਬਸ ਦੇ ਵਿੱਚ ਆ ਉਹਨਾਂ 'ਤੇ ਜ਼ਿਆਦਾ ਧਿਆਨ ਰੱਖਿਓ। ਜਿਹੜੇ ਆਪਣੇ ਸਿਲੇਬਸ ਦੇ ਵਿੱਚ ਦੇ ਰੱਖੇ ਆ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ ਅਤੇ ਵਰਿਆਮ ਸਿੰਘ ਸੰਧੂ, ਇਹ 3 ਬੰਦੇ ਜਿਹੜੇ ਦੇ ਰੱਖੇ ਆ। ਵਰਿਆਮ ਸਿੰਘ ਸੰਧੂ ਹੈ ਨਾ, ਹਾਂ ਬਿਲਕੁਲ। ਇਹ 3 ਬੰਦਿਆਂ 3 ਕਹਾਣੀਆਂ 'ਤੇ ਤੁਸੀਂ ਖਾਸ ਜ਼ਿਆਦਾ ਜ਼ੋਰ ਦੇਣਾ। ਇੱਕ ਸੰਤ ਸਿੰਘ ਸੇਖੋਂ ਵਾਲੀ ਸ਼ਹੀਦ ਦੀ ਮਾਂ ਕਹਾਣੀ 'ਤੇ, ਇੱਕ ਮੈਨੂੰ ਜਾਣਨਾ ਕੁਲਵੰਤ ਸਿੰਘ ਵਿਰਕ ਵਾਲੀ ਕਹਾਣੀ 'ਤੇ,
ਤੇ ਇੱਕ ਗੁਰਦੇਵ ਸਿੰਘ ਰੁਪਾਣਾ ਸੌਰੀ ਵਰਿਆਮ ਸਿੰਘ ਸੰਧੂ ਦੀ ਕਹਾਣੀ ਆਪਣਾ ਆਪਣਾ ਹਿੱਸਾ, ਇਹ ਵੀ ਆਪਾਂ ਪੜਾਂਗੇ। ਬਾਕੀ ਸਾਰੇ ਹੀ ਹਾਲਾਂਕਿ ਸਾਰਿਆਂ ਦੇ ਵਿੱਚੋਂ ਹੀ ਪ੍ਰਸ਼ਨ ਤਾਂ ਕਿਤੋਂ ਵੀ ਬਣਾ ਸਕਦਾ ਹੋਏ ਇਹਦੇ ਵਿੱਚੋਂ ਕਹਾਣੀ ਦੇ ਵਿੱਚੋਂ। ਹਾਂ ਅੱਗੇ ਹੋਰ ਆ ਗਈਆਂ, ਇਹ ਆਪਣੇ ਨਵੇਂ ਆ ਤਾਂ ਚਲੋ ਠੀਕ ਹੈ, ਆਹ ਨਵੇਂ ਆ, ਇਹ ਆਪਣੇ ਨਵੇਂ ਕਹਾਣੀਕਾਰਾਂ ਦੇ ਵਿੱਚੋਂ ਆ। ਸੱਚ ਵੀ ਮੁਥਾਜ ਹੈ ਹਰਪਾਲ ਸਿੰਘ ਲੱਖੀਆਂ ਦੀ ਕਹਾਣੀ ਲਿਖੀ ਹੋਈ ਹੈ। ਮੋਹ ਪਾਸ਼ ਬਲਵਿੰਦਰ ਸਿੰਘ ਗਰੇਵਾਲ, ਆਤੂ ਖੋਜੀ ਗੁਰਮੀਤ ਕੜਿਆਲਵੀ ਦੀ ਹੈ। ਗੁੱਡ ਡੀਲ ਅਮਨਪਾਲ ਸਾਰਾ ਦੀ, $5 ਦਾ ਨੋਟ ਹਰਪ੍ਰੀਤ ਸਿੰਘ ਸੇਖਾ ਦੀ ਲਿਖੀ ਕਹਾਣੀ। ਇਹ ਸਾਰੇ ਪਹਿਲਾਂ ਆ ਵੀ ਯਾਦ ਰੱਖਣੇ ਆ ਵੀ ਕਿਹੜੀ ਕਹਾਣੀ ਕਿਹਨੇ ਲਿਖੀ ਹੈ, ਕਿਤੇ ਉੱਥੇ ਯਾਦ ਰਵੇ ਨਾ, ਹੋਰ ਹੀ ਕੁਛ ਯਾਦ ਕਰਦੇ ਰਹਿ ਜਾਓ, ਵੱਡਾ ਵੱਡਾ ਤੇ ਮੂਲ ਚੀਜ਼ ਕੋਈ ਚੇਤੇ ਹੀ ਨਾ ਰਵੇ। 238 ਨੰਬਰ ਪੇਜ 'ਤੇ ਆ ਜਾਓ ਬੇਟਾ ਜੀ। 238 ਨੰਬਰ ਪੇਜ 'ਤੇ ਜਾ ਕੇ ਆਪਾਂ ਦੇਖਣਾ ਵੀ ਪੰਜਾਬੀ ਕਹਾਣੀ ਦੇ ਆ ਗਿਆ ਨਿੱਕੀ ਕਹਾਣੀ। ਨਿੱਕੀ ਕਹਾਣੀ ਕਿਹਾ ਜਾਂਦਾ ਇਹਨੂੰ, ਸ਼ਾਰਟ ਸਟੋਰੀ ਅੰਗਰੇਜ਼ੀ ਤੋਂ ਲਿਆ ਗਿਆ ਇਹ। ਕਥਾ ਵਗੈਰਾ ਆਹ ਸ਼ਬਦ ਪ੍ਰਚਲਿਤ ਰਹੇ ਆ, ਕਥਾ ਕਿਹਾ ਜਾਂਦਾ ਸੀ ਕਿਸੇ ਟਾਈਮ ਇਹਨੂੰ। ਕਹਾਣੀ ਦੇ ਵਿੱਚ ਹੁੰਦਾ ਕਥਾ ਰਸ ਹੀ ਹੈ। ਹੁਣ ਇਹ ਗੱਲਾਂ ਜਿਹੜੀਆਂ ਇਹ ਤੁਸੀਂ ਮਾੜੀਆਂ ਜਿਹੀਆਂ ਧਿਆਨ ਦੇ ਨਾਲ ਤੁਸੀਂ ਆਪ ਹੀ ਪੜ੍ਹਨੀਆਂ, ਇਹ ਤੁਹਾਨੂੰ ਪਤਾ ਹੀ ਹੈ, ਪੜ੍ਹਨੀਆਂ ਤਾਂ ਖੈਰ ਤੁਹਾਨੂੰ ਹੈਗੀਆਂ ਹੀ ਹੈ। ਇਸ ਗੱਲ ਨੂੰ ਇੱਕ ਅੱਧੀ ਵਾਰੀ ਤੁਸੀਂ ਪੜ੍ਹਨਾ ਤਾਂ ਉਹਦੇ ਨਾਲ ਪਤਾ ਲੱਗ ਜੂਗਾ। ਉੱਪਰ ਤਾਂ ਕੋਈ ਐਡਾ ਹੈ ਨਹੀਂ ਗਾ। ਮੁੱਢਲੇ ਸਮੇਂ ਦੀਆਂ ਪੰਚਤੰਤਰ ਤੇ ਅਲਫ ਲੈਲਾ ਦੀਆਂ ਕਹਾਣੀਆਂ ਉਦਾਹਰਨਾਂ ਵਿੱਚ ਦੇਖੀਆਂ ਜਾ ਸਕਦੀਆਂ ਨੇ, ਇਹੋ ਜਿਹਾ ਕੋਈ ਪ੍ਰਸ਼ਨ ਨਹੀਂ ਬਣਦਾ ਇਹਦੇ ਨਾਲ। ਆਪਣੇ ਆ ਜਿਹੜਾ ਇਹ ਪੰਜਾਬੀ ਕਹਾਣੀ ਦਾ ਮੁੱਢ ਕਿਵੇਂ ਵੱਜਦਾ, ਪੰਜਾਬੀ ਕਹਾਣੀ ਦਾ ਨਿਕਾਸ ਕਿੱਥੋਂ ਹੁੰਦਾ, ਇਹਦੀ ਨਿਕਾਸੀ ਕਿੱਥੋਂ ਹੁੰਦੀ ਹੈ, ਤਾਂ ਇਹਦਾ ਜਿਹੜਾ ਮੁੱਢ ਹੈ ਇਹ ਦੇਖੋ ਕਈ ਤਰੀਕੇ ਨਾਲ ਮੰਨਿਆ ਜਾਂਦਾ। ਕਹਾਣੀ ਦਾ ਪਲੇਠਾ ਕਾਰਜ, ਪਹਿਲਾਂ ਮਤਲਬ ਕਿ ਆਧੁਨਿਕ ਪੰਜਾਬੀ ਕਹਾਣੀ ਤੋਂ ਪਹਿਲਾਂ ਕੀ ਕੁਛ ਚੱਲ ਰਿਹਾ ਸੀ ਕਹਾਣੀ ਦਾ ਮੂੰਹ ਮੱਥਾ ਬਣਾਉਣ ਵਾਸਤੇ। ਕੋਈ ਐ ਤਾਂ ਹੈ ਨਹੀਂ ਵੀ ਸਿੱਧਾ ਕੋਈ ਡਾਇਰੈਕਟ ਉੱਠਿਆ ਕਹਾਣੀਕਾਰ, ਉਹਨੇ ਕਹਾਣੀ ਲਿਖਤੀ ਤੇ ਐਂ ਕਹਿਤਾ ਵੀ ਆਹ ਚੱਕੋ ਜੀ ਕਹਾਣੀ, ਇਹਨੂੰ ਕਹਿੰਦੇ ਕਹਾਣੀ, ਐਵੇਂ ਤਾਂ ਹੈ ਨਹੀਂ ਗਾ। ਤਾਂ ਸਭ ਤੋਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਇਹ ਵੀ ਕਥਾ। ਇਹਨਾਂ ਦੇ ਵਿੱਚ ਕਹਾਣੀਆਂ ਵਾਂਗੂ ਦੇ ਰੱਖੀਆਂ ਪੰਚਤੰਤਰ ਤੇ ਅਲਫ ਲੈਲਾ। ਅਲਫ ਲੈਲਾ ਤਾਂ ਤੁਸੀਂ ਨਾਟਕ ਵੀ ਦੇਖਿਆ ਹੋਣਾ, ਚੱਲਦਾ ਰਿਹਾ ਬੜਾ ਟਾਈਮ। ਹਾਂ ਵੀ ਇਹ ਪੰਜਾਬੀ ਕਹਾਣੀ ਦਾ ਮੁੱਢ ਕਿਵੇਂ ਕਿੱਥੋਂ ਵੱਜਿਆ, ਇਹਦੇ ਬਾਰੇ ਸਾਡੇ ਵਿਦਵਾਨ ਇੱਕ ਮਤ ਨਹੀਂ ਹੈਗੇ। ਤੁਹਾਨੂੰ ਵੀ ਘਬਰਾਉਣ ਦੀ ਲੋੜ ਨਹੀਂ, ਤੁਸੀਂ ਵੀ ਇੱਕ ਮਤ ਨਾ ਹੋਵੋ, ਕਿਉਂਕਿ ਸੈਕੂਲਰ ਆ ਆਪਸ ਸਮਾਜਵਾਦ, ਸੈਕੂਲਰਿਟੀ, ਇਹ ਸਾਨੂੰ ਸਾਡਾ ਸੰਵਿਧਾਨ ਇਜਾਜ਼ਤ ਦਿੰਦਾ ਹੈ। ਹਾਂ ਈਸਾਈ ਮਸ਼ੀਨਰੀਆਂ ਦੇ ਵਿੱਚੋਂ ਬਾਈਬਲ ਦੀਆਂ ਕਹਾਣੀਆਂ ਦੇ ਆਧਾਰਿਤ ਚਪੱਤਰੇ ਸੀਗੇ। ਭਾਈ ਵੀਰ ਸਿੰਘ ਜੀ ਦੇ ਰਚਿਤ ਟਰੈਕਟ ਤੁਹਾਨੂੰ ਪਤਾ ਹੀ ਹੈ, ਮੈਂ ਤੁਹਾਨੂੰ ਗੱਲ ਦੱਸੀ ਸੀ ਵੀ ਟਰੈਕਟ ਕਿਹਨੂੰ ਕਹਿੰਦੇ ਆ। ਟਰੈਕਟ ਉਹ ਹੁੰਦਾ ਵੀ ਜਿਵੇਂ ਕੋਈ ਬਹੁਤ ਵੱਡੀ ਕੋਈ ਮੰਨ ਲਓ ਕੋਈ ਨਾਵਲ ਵਗੈਰਾ ਲਿਖਿਆ ਵਾ, ਕੋਈ ਨਾਟਕ ਵੱਡਾ ਸਾਰਾ ਕੋਈ ਲੈਂਥੀ ਲਿਖਿਆ ਵਾ ਆਕਾਰ ਦੇ ਵਿੱਚ ਬਹੁਤ ਵੱਡਾ, ਤਾਂ ਉਹਦੀ ਕੀ ਆ ਰੋਜ਼ ਹੀ ਉਹਨੂੰ ਉਹਦੇ 2 ਜਾਂ 3 ਪੇਜ ਮੰਨ ਲਓ ਕਿਤੇ ਅਖਬਾਰ 'ਚ ਛਪਦੇ ਹੋਣ ਤੇ ਥੱਲੇ ਲਿਖਿਆ ਹੁੰਦਾ ਚੱਲਦਾ, ਅੰਗਰੇਜ਼ੀ ਦੇ ਵਿੱਚ ਟੂ ਬੀ ਕੰਟੀਨਿਊਡ। ਜਿਵੇਂ ਮੰਨ ਲਓ ਨਾਟਕ ਹੀ ਵੇਖਦੇ ਆਪਾਂ, ਸੀਰੀਅਲ ਵਗੈਰਾ ਵੇਖਦੇ ਆ, ਘਰ ਦੇ ਵਿੱਚ ਔਰਤਾਂ ਦੇਖਦੀਆਂ, ਤਾਂ ਉਹ ਕੀ ਹੈ ਵੀ ਜਦੋਂ ਉਹ ਅੱਧੇ ਘੰਟੇ ਬਾਅਦ ਉਸ ਸੀਰੀਅਲ ਨੂੰ ਖ਼ਤਮ ਕੀਤਾ ਜਾਂਦਾ ਤਾਂ ਜਾਂ ਤਾਂ ਆ ਜਾਂਦਾ ਵੀ ਕੱਲ੍ਹ ਦੇਖੀਏ ਵੀ ਕੱਲ੍ਹ ਟੁਮਾਰੋ ਕੀ ਹੋਊਗਾ, ਹੈ ਨਾ। ਅਤੇ ਥੱਲੇ ਲਿਖਿਆ ਕਈ ਵਾਰੀ ਆਉਂਦਾ ਹੁੰਦਾ ਸੀ, ਜ਼ਿਆਦਾਤਰ ਜਦੋਂ ਨੈਸ਼ਨਲ 'ਤੇ ਚੱਲਦੇ ਹੁੰਦੇ ਸੀਗੇ ਸੀਰੀਅਲ ਨੈਸ਼ਨਲ ਚੈਨਲ 'ਤੇ, ਤਾਂ ਉਦੋਂ ਕੀ ਥੱਲੇ ਲਿਖਿਆ ਆ ਜਾਂਦਾ ਸੀ ਟੂ ਬੀ ਕੰਟੀਨਿਊਡ, ਵੀ ਚੱਲਦਾ। ਇਹ ਕਹਾਣੀ ਹੈ ਜਿਹੜੀ ਚੱਲਦੀ ਰਹੂਗੀ, ਅੱਗੇ ਤੁਹਾਨੂੰ ਫਿਰ ਇਹਦੀ ਦਿਖਾਈ ਜਾਊਗੀ ਅਗਲੀ ਕਹਾਣੀ ਇਹਦੀ। ਉਹਨੂੰ ਕਿਹਾ ਜਾਂਦਾ ਸੀ ਟਰੈਕਟ। ਤਾਂ ਭਾਈ ਵੀਰ ਸਿੰਘ ਜੀ ਦੇ ਰਚਿਤ ਟਰੈਕਟ, ਮੋਹਨ ਸਿੰਘ ਵੈਦ ਰਚਿਤ ਕਹਾਣੀਆਂ ਦੇ ਅਨੁਵਾਦ ਨੂੰ ਪਲੇਠਾ ਕਾਰਜ ਮੰਨਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮੌਜੀ ਹੰਸ, ਪੰਜ ਦਰਿਆ, ਫੁਲਵਾੜੀ, ਇਹ ਪੱਤਰ ਛਪਦੇ ਰਹੇ ਆ। ਪੱਤਰਕਾਵਾਂ ਵਿੱਚ ਛਪਦੀਆਂ ਰਚਨਾਵਾਂ ਨਾਲ ਪੰਜਾਬੀ ਕਹਾਣੀ ਦੇ ਮੁੱਢ ਦਾ ਸੰਬੰਧ ਜੋੜਿਆ ਜਾਂਦਾ। ਬਲਦੇਵ ਸਿੰਘ ਧਾਲੀਵਾਲ ਨੇ ਲਿਖੀ ਹੈ ਪੰਜਾਬੀ ਕਹਾਣੀ ਦਾ ਇਤਿਹਾਸ ਪੁਸਤਕ ਲਿਖੀ ਹੈ, ਪੰਜਾਬੀ ਯੂਨੀਵਰਸਿਟੀ ਦਿੱਲੀ ਵੱਲੋਂ ਛਪਦੀ ਹੈ। ਉਹਨੇ ਕੀ ਕੀਤਾ ਹੈ, ਉਹਨੇ 4 ਪੜਾਅ ਕਹਾਣੀ ਦੀ ਕਾਲ ਵੰਡ 4 ਪ੍ਰਕਾਰ ਨਾਲ ਕੀਤੀ ਹੈ। ਕਹਾਣੀ ਦੀ ਵੰਡ 4 ਪ੍ਰਕਾਰ ਨਾਲ ਕੀਤੀ ਹੈ। ਤੁਸੀਂ ਯਾਦ ਰੱਖਣੀ ਹੈ ਕਿੰਨੇ ਤੋਂ ਕਿੰਨੇ ਤੱਕ ਹੈ, ਇਹ ਵੀ ਯਾਦ ਰੱਖਣੀ ਹੈ ਕਿੰਨੇ ਪੜਾਅ ਆ। 4 ਪੜਾਅ ਆ। ਕਿਹਨੇ? ਬਲਦੇਵ ਸਿੰਘ ਧਾਲੀਵਾਲ ਨੇ ਪੰਜਾਬੀ ਕਹਾਣੀ ਦਾ ਇਤਿਹਾਸ ਦੇ ਵਿੱਚ। ਪਹਿਲਾ ਪੜਾਅ ਕਹਿੰਦਾ 1913 ਤੋਂ 1935 ਦੇ ਵਿੱਚ ਆ, ਜਿਹਦੇ ਵਿੱਚ ਆਦਰਸ਼ਵਾਦੀ ਯਥਾਰਥਵਾਦੀ ਕਹਾਣੀਆਂ ਰਚਣੀਆਂ ਸ਼ੁਰੂ ਹੋਈਆਂ। ਦੂਜੇ ਪੜਾਵ ਦੇ ਵਿੱਚ ਕਿਹੜੀਆਂ 1936 ਤੋਂ 1965, ਤੁਹਾਨੂੰ ਪਤਾ ਹੀ ਹੈ 1936 ਤੋਂ ਪ੍ਰਗਤੀਵਾਦ ਦਾ ਯੁੱਧ, ਜਿਹੜਾ ਭਾਰਤ ਦੇ ਵਿੱਚ ਪ੍ਰਗਤੀਵਾਦੀ ਵਿਚਾਰਧਾਰਾ ਉਹ ਆਪਣੇ ਪੈਰ ਪਸਾਰ ਲੈਂਦੀ ਹੈ। ਲਖਨਊ ਦੇ ਵਿੱਚ 1936 ਦੇ ਵਿੱਚ ਕੀ ਹੁੰਦਾ, ਇੱਕ ਸਭਾ ਹੁੰਦੀ ਹੈ ਜਿਹਦੀ ਅਗਵਾਈ ਮੁਨਸ਼ੀ ਪ੍ਰੇਮਚੰਦ ਕਰਦਾ ਹੈ, ਅਤੇ ਉੱਥੇ ਸੰਤ ਸਿੰਘ ਸੇਖੋਂ ਵਰਗੇ ਵੀ ਜਾਂਦੇ ਆ, ਜਿਹੜੇ ਕੀ ਕਰਦੇ ਆ ਉੱਥੋਂ ਹੀ ਸੰਤ ਸਿੰਘ ਸੇਖੋਂ ਵਰਗੇ ਅਤੇ ਪ੍ਰੋਫੈਸਰ ਮੋਹਨ ਸਿੰਘ ਵਰਗੇ ਇਹਨਾਂ ਨੇ ਕੀ ਕੀਤਾ, ਪ੍ਰਗਤੀਵਾਦੀ ਵਿਚਾਰਧਾਰਾ ਨੂੰ ਅਪਣਾ ਲਿਆ ਸੀ ਪੰਜਾਬੀ ਸਾਹਿਤ ਵਿੱਚ।
ਦੂਜਾ ਪੜਾਅ 1936 ਤੋਂ 1965 ਇਹ ਪ੍ਰਗਤੀਵਾਦੀ ਯਥਾਰਥਵਾਦੀ ਹੈ। ਪਹਿਲੇ ਪੜਾਅ ਦੇ ਵਿੱਚ ਆਦਰਸ਼ਵਾਦ ਭਾਰੀ ਸੀਗਾ, ਉਸ ਤੋਂ ਬਾਅਦ ਪ੍ਰਗਤੀਵਾਦ ਹੋ ਗਿਆ। ਯਥਾਰਥਵਾਦ ਸਾਰੀਆਂ ਕਹਾਣੀਆਂ ਦੇ ਵਿੱਚ ਹੀ ਰਿਹਾ, ਕਿਉਂਕਿ ਜਿੰਨਾ ਟਾਈਮ ਕਹਾਣੀ ਦੇ ਵਿੱਚ ਯਥਾਰਥਵਾਦ ਨਾ ਹੋਊਗਾ, ਠੀਕ ਹੈ ਕਹਾਣੀ ਦਾ ਜਿਹੜਾ ਇੱਕ ਮਤਲਬ ਕੀ ਹੈ ਵੀ ਕਲਪਨਾ ਹੁੰਦੀ ਹੈ, ਲੇਖਕ ਦੇ ਮਨ ਵਿੱਚ ਇੱਕ ਕਲਪਨਾਮਈ ਰੂਪ ਦੇ ਵਿੱਚ ਚੱਲਦੀ ਹੁੰਦੀ ਹੈ ਵੀ ਇਸ ਤਰ੍ਹਾਂ ਦੀ ਕੁਝ ਕਹਾਣੀ ਲਿਖੀ ਜਾਵੇ, ਪਰ ਉਹਦਾ ਕਿਤੇ ਨਾ ਕਿਤੇ ਯਥਾਰਥ ਦੇ ਨਾਲ ਸੰਬੰਧ ਜ਼ਰੂਰ ਹੁੰਦਾ ਹੈ। ਜੀਵਨ ਦੇ ਯਥਾਰਥ ਨੂੰ ਪ੍ਰਗਟ ਕਰਦੀ ਹੈ, ਜੀਵਨ ਦੇ ਯਥਾਰਥ ਨੂੰ ਕਲਪਨਾ ਰੂਪ ਦੇ ਵਿੱਚ ਪ੍ਰਗਟ ਕਰਨਾ ਇਹ ਕਹਾਣੀ ਦਾ ਮੁੱਖ ਹਿੱਸਾ ਹੈ। ਅੱਗੇ ਦੇਖਦੇ ਹਾਂ ਜੀ, ਦੂਜੇ ਪੜਾਅ 1936 ਤੋਂ 1965 ਦੇ ਵਿੱਚ, ਫਿਰ 1965 ਤੋਂ 1966 ਤੋਂ 1990 ਤੀਜੇ ਪੜਾਅ ਦੇ ਵਿੱਚ ਕਹਾਣੀ ਹੋ ਜਾਂਦੀ ਹੈ ਵਸਤੂਮੁਖੀ ਯਥਾਰਥਵਾਦੀ। ਇੱਕ ਹੁੰਦਾ ਵਿਅਕਤੀ ਮੁਖੀ, ਇੱਕ ਮਤਲਬ ਆਪਣੇ ਆਪ ਨੂੰ ਸੰਬੋਧਨ, ਇੱਕ ਵਸਤੂ ਮੁਖੀ। ਚੌਥਾ ਪੜਾਵ 1991 ਤੋਂ ਨਿਰੰਤਰ ਇਹ ਉੱਤਰ ਯਥਾਰਥਵਾਦੀ ਪੰਜਾਬੀ ਕਹਾਣੀ ਹੈ। ਬਲਦੇਵ ਸਿੰਘ ਧਾਲੀਵਾਲ ਨੇ 1500 ਦੇ ਕਰੀਬ ਪੰਜਾਬੀ ਕਹਾਣੀਕਾਰਾਂ ਦਾ ਹਵਾਲਾ ਦਿੱਤਾ ਆਪਣੀ ਬੁੱਕ ਦੇ ਵਿੱਚ। ਸ਼ੁਰੂਆਤ ਦੀ ਗੱਲ ਕਰੀਏ ਜੇ ਪੰਜਾਬੀ ਕਹਾਣੀ ਦੀ, ਤਾਂ ਮੋਹਨ ਸਿੰਘ ਵੈਦ, ਹੀਰਾ ਸਿੰਘ ਦਰਦ, ਚਰਨਦਾਸ ਸ਼ਹੀਦ। ਮੋਹਨ ਸਿੰਘ ਵੈਦ ਦਾ ਇੱਥੇ ਨਾਮ ਆ ਚੁੱਕਿਆ। ਮੋਹਨ ਸਿੰਘ ਵੈਦ ਅਨੁਵਾਦਿਤ ਕਹਾਣੀਆਂ ਲਿਖਦਾ ਹੁੰਦਾ ਸੀਗਾ, ਉੱਥੋਂ ਮੰਨਿਆ ਜਾਂਦਾ ਵੀ ਇਹ ਪੰਜਾਬੀ ਕਹਾਣੀ ਦਾ ਜਿਹੜਾ ਇਤਿਹਾਸ ਹੈ ਜਿਹੜਾ ਉਹ ਲਗਭਗ ਆਰੰਭ ਹੋ ਜਾਂਦਾ। ਇਸ਼ਾਈ ਮਸ਼ੀਨਰੀ ਵੀ ਮਤਲਬ ਟਰੈਕਟਾਂ ਦੇ ਰੂਪ ਵਿੱਚ ਕਹਾਣੀਆਂ ਮਤਲਬ ਕੀ ਹੈ ਲੋਕਾਂ ਤੱਕ ਪਹੁੰਚਾਉਂਦੇ ਆ। ਬਾਕੀ ਪੂਰੀ ਗੱਲ ਤੁਹਾਨੂੰ ਪਤਾ, ਮੈਂ ਨੋਟਸਾਂ ਦੇ ਵਿੱਚ ਪੂਰਾ ਜ਼ਿਕਰ ਕਰ ਦੂੰਗਾ ਪੰਜਾਬੀ ਕਹਾਣੀ ਦੇ ਇਤਿਹਾਸ ਦਾ। ਬਕਾਇਦਾ ਆਪਾਂ ਇੱਕ ਵੀਡੀਓ ਪਾਵਾਂਗੇ, ਉਸ ਤੋਂ ਬਾਅਦ ਹੀ ਆਪਾਂ ਕਹਾਣੀਕਾਰਾਂ ਦੀ ਗੱਲ ਕਰਾਂਗੇ। ਮੋਹਨ ਸਿੰਘ ਵੈਦ ਨੇ ਕੀ ਕੁਛ ਕਹਾਣੀਆਂ ਲਿਖੀਆਂ ਸੀ ਦੇਖ ਲਓ। 3 ਸੰਗ੍ਰਹਿ ਕਹਾਣੀਆਂ ਦੇ ਸੀਗੇ, ਸਿਆਣੀ ਮਾਤਾ, ਰੰਗ ਬਿਰੰਗੇ ਫੁੱਲ ਤੇ ਹੀਰੇ ਦੀਆਂ ਕਣੀਆਂ। ਇਹਨਾਂ ਕਹਾਣੀਆਂ ਦਾ ਵਿਸ਼ਾ ਕੀ ਆ ਵੀ ਉਹ ਭਾਰਤੀ ਜੀਵਨ ਸ਼ੈਲੀ ਨੂੰ ਪੱਛਮੀ ਜੀਵਨ ਸ਼ੈਲੀ, ਯੂਰਪੀਅਨ ਜੀਵਨ ਸ਼ੈਲੀ ਦੇ ਨਾਲੋਂ ਵਧੀਆ ਦੱਸਦਾ ਹੈ। ਕਹਿੰਦਾ ਵੀ ਭਾਰਤ ਦੀ ਜੀਵਨ ਸ਼ੈਲੀ ਉਹ ਬਹੁਤ ਵਧੀਆ। ਇਹ ਮੋਹਨ ਸਿੰਘ ਵੈਦ ਨੇ ਦੱਸੀ ਹੈ। ਸਿੱਖ ਧਰਮ ਦੇ ਨਾਲ ਜੁੜੀ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੈ। ਹੀਰਾ ਸਿੰਘ ਦਰਦ ਜੋ ਕਿ ਵਾਰਤਕਾਰ ਦੇ ਨਾਲ ਨਾਲ ਕਹਾਣੀਕਾਰ ਵੀ ਸੀ। ਧਿਆਨ ਰੱਖਿਓ ਫੁਲਵਾੜੀ ਰਸਾਲਾ ਜਿਹੜਾ ਉਹ ਹੀਰਾ ਸਿੰਘ ਦਰਦ ਦਾ ਸੀਗਾ। ਇਹੋ ਜਿਹਾ ਪ੍ਰਸ਼ਨ ਬਣ ਜੇ ਕਿਤੇ ਐਵੇਂ ਭੈੜਾ ਜਿਹਾ, ਮੁੜ ਕੇ ਉੱਥੇ ਵੇਖੋ ਵੀ ਪਤਾ ਲੱਗੇ ਨਾ, ਇੱਕੋ ਜਿਹੇ ਆਪਸ਼ਨ ਦਿੰਦਾ ਹੁੰਦਾ ਉਹ, ਮੁੜ ਕੇ ਪਤਾ ਨਹੀਂ ਲੱਗਦਾ ਹੁੰਦਾ। 1924 ਦੇ ਵਿੱਚ ਫੁਲਵਾੜੀ ਨਾਮ ਦਾ ਰਸਾਲਾ ਹੀਰਾ ਸਿੰਘ ਦਰਦ ਨੇ ਕੱਢਿਆ ਸੀਗਾ। ਅਤੇ ਆਸ ਦੀ ਤੰਦ ਉਹਦਾ ਕਹਾਣੀ ਸੰਗ੍ਰਹਿ ਆ। ਇਹਦੇ ਵਿੱਚ ਸਿੱਖ ਧਰਮ ਅਤੇ ਸਮਕਾਲੀ ਸੁਤੰਤਰਤਾ ਲਹਿਰ ਦੇ ਅੰਸ਼ ਤਲਾਸ਼ੇ ਜਾ ਸਕਦੇ ਆ। ਹੀਰਾ ਸਿੰਘ ਦਰਦ ਨੇ ਪੰਜਾਬੀ ਸਦਰਾ ਨਾਮ ਦਾ ਇੱਕ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਸੀਗਾ। ਇੰਪੋਰਟੈਂਟ ਗੱਲ ਤੁਹਾਨੂੰ ਬਹੁਤ ਇੰਪੋਰਟੈਂਟ ਗੱਲ ਦੱਸਣ ਜਾ ਰਿਹਾ। ਇਹਦੇ 'ਤੇ ਤੁਹਾਡੀ ਬੁੱਕ 'ਤੇ ਇੰਪੋਰਟੈਂਟ ਲਿਖ ਲਿਓ IMP ਇੰਨੀ ਗੱਲ ਨੂੰ। ਹੀਰਾ ਸਿੰਘ ਦਰਦ ਦੇ ਅਨੁਸਾਰ ਪੰਜਾਬੀ ਸਾਹਿਤ ਦੀ ਪਹਿਲੀ ਕਹਾਣੀ ਲਾਲ ਸਿੰਘ ਕਮਲਾ ਅਕਾਲੀ ਦੀ ਲਿਖੀ। ਕਮਲਾ ਅਕਾਲੀ ਨੂੰ ਉਹ ਪੰਜਾਬੀ ਦੀ ਪਹਿਲੀ ਮੌਲਿਕ ਕਹਾਣੀ ਮੰਨਦਾ ਹੈ। ਪੰਜਾਬੀ ਦੀ ਪਹਿਲੀ ਮੌਲਿਕ ਕਹਾਣੀ ਮੰਨਿਆ ਉਹਨੇ। ਕਿਹਦੇ ਵਿੱਚ? ਪੰਜਾਬੀ ਸਦਰਾ ਨਾਮ ਦਾ ਇੱਕ ਕਹਾਣੀ ਸੰਗ੍ਰਹਿ ਉਹਨੇ ਸੰਪਾਦਿਤ ਕੀਤਾ। ਪੰਜਾਬੀ ਸਦਰਾ ਨਾਮ ਦਾ ਕਹਾਣੀ ਸੰਗ੍ਰਹਿ ਨੂੰ ਐਡੀਟਿੰਗ ਕੀਤੀ, ਉਹਦਾ ਐਡੀਟਰ ਸੀਗਾ ਇਹ। ਉਹਦੇ ਵਿੱਚ ਇਹਨੇ ਇਹ ਜ਼ਿਕਰ ਕੀਤਾ ਕਿ ਲਾਲ ਸਿੰਘ ਕਮਲਾ ਅਕਾਲੀ, ਜਿਹਨੂੰ ਆਪਾਂ ਸਫ਼ਰਨਾਮੇ 'ਚ ਪੜ੍ਹਾਂਗੇ, ਲਾਲ ਸਿੰਘ ਕਮਲਾ ਅਕਾਲੀ ਨੂੰ ਆਪਾਂ ਸਫ਼ਰਨਾਮੇ 'ਚ ਪੜ੍ਹਾਂਗੇ ਜ਼ਰੂਰ। ਜੇ ਤੁਸੀਂ ਸਫ਼ਰਨਾਮੇ ਦੇ ਵਿੱਚ ਦਿੱਤਾ ਹੋਇਆ ਨਾ, ਹਾਂ ਸੈਕੰਡ ਗ੍ਰੇਡ ਵਾਲੇ ਪੜ੍ਹਨਗੇ ਇਹਨੂੰ। ਹਾਂ ਸਫ਼ਰਨਾਮੇ ਦੇ ਵਿੱਚ ਦੇਖ ਲਓ, ਲਾਲ ਸਿੰਘ ਕਮਲਾ ਅਕਾਲੀ, ਬਲਰਾਜ ਸਾਹਨੀ ਅਤੇ ਮਨਮੋਹਨ ਬਾਵਾ, ਇਹਨਾਂ ਦੇ ਸਫ਼ਰਨਾਮਿਆਂ ਦੀ ਗੱਲ ਕਰਾਂਗੇ ਤਾਂ ਉਦੋਂ ਆਪਾਂ ਇੱਕ ਇਹਦਾ ਸਫ਼ਰਨਾਮਾ ਪੜ੍ਹਾਂਗੇ। ਬੜਾ ਸ਼ਾਨਦਾਰ ਲਿਖਿਆ ਇਹਨੇ ਇੱਕ ਸਫ਼ਰਨਾਮਾ, ਬੜਾ ਪ੍ਰਸਿੱਧ ਹੋਇਆ ਇਹ। ਉਸ ਤੋਂ ਬਾਅਦ ਇਹਨੇ ਕਹਾਣੀਆਂ ਵੀ ਬਹੁਤ ਸਾਰੀਆਂ ਲਿਖੀਆਂ। ਮੌਤ ਰਾਣੀ ਦਾ ਘੁੰਡ, ਐਵੇਂ ਦੀਆਂ ਕਹਾਣੀਆਂ ਜਿਨ੍ਹਾਂ ਦੇ ਨਾਮ ਆਉਣਗੇ ਕਰਾਂਗੇ ਗੱਲ। ਲਾਲ ਸਿੰਘ ਕਮਲਾ ਅਕਾਲੀ ਦੀ ਇਹ ਕਹਿੰਦਾ ਹੀਰਾ ਸਿੰਘ ਦਰਦ ਇਸ ਪੰਜਾਬੀ ਸਦਰਾ ਨਾਮ ਦੇ ਇੱਕ ਕਹਾਣੀ ਸੰਗ੍ਰਹਿ ਦੇ ਵਿੱਚ ਕਹਿੰਦਾ ਕਿ ਲਾਲ ਸਿੰਘ ਕਮਲਾ ਅਕਾਲੀ ਦੀ ਕਹਾਣੀ ਜਿਹੜੀ ਲਿਖੀ ਹੋਈ ਹੈ, ਕਮਲਾ ਅਕਾਲੀ, ਉਹ ਪੰਜਾਬੀ ਦੀ ਪਹਿਲੀ ਮੌਲਿਕ ਕਹਾਣੀ ਹੈ। ਕਿਹਦੇ ਅਨੁਸਾਰ? ਹੀਰਾ ਸਿੰਘ ਦਰਦ ਦੇ ਅਨੁਸਾਰ। ਰੱਖ ਲਓਗੇ ਚੇਤੇ। ਲਾਲ ਸਿੰਘ ਕਮਲਾ ਅਕਾਲੀ ਦੀ ਕਮਲਾ ਅਕਾਲੀ ਕਹਾਣੀ, ਸਿੱਧਾ ਹੀ ਮੰਨ ਲਓ ਆ ਜੇ ਪ੍ਰਸ਼ਨ ਵੀ ਕਿਸ ਦੇ ਅਨੁਸਾਰ ਕਮਲਾ ਅਕਾਲੀ ਕਹਾਣੀ ਹੈ ਜਿਹੜੀ ਉਹ ਪੰਜਾਬੀ ਦੀ ਪਹਿਲੀ ਮੌਲਿਕ ਕਹਾਣੀ ਹੈ? ਹੀਰਾ ਸਿੰਘ ਦਰਦ ਦੇ ਅਨੁਸਾਰ। ਅੱਗੇ ਆ ਜਾਓ ਜੀ, ਚਰਨਦਾਸ ਸ਼ਹੀਦ ਨੇ ਇੱਕ ਕਹਾਣੀ ਸੰਗ੍ਰਹਿ ਹੱਸਦੇ ਹੰਝੂ, ਹਾਸ ਰਸੀ ਲਹਿਜੇ ਦੇ ਵਿੱਚ ਲਿਖਣ ਵਾਲਾ। ਮਤਲਬ ਕੀ ਹੈ ਵੀ ਪੰਜਾਬੀ ਕਹਾਣੀ ਦੇ ਜਿਹੜਾ ਮੁੱਢਲਾ ਪੜਾਵ ਸੀਗਾ, ਮੁੱਢਲੇ ਪੜਾਵ ਦੇ ਵਿੱਚ ਹਾਸ ਰਸੀ ਕਹਾਣੀਆਂ ਨੂੰ ਸ਼ੁਰੂ ਕਰਨ ਵਾਲਾ ਉਹ ਕੌਣ ਸੀਗਾ? ਚਰਨਦਾਸ ਸ਼ਹੀਦ, ਜਿਹਨੇ ਹੱਸਦੇ ਹੰਝੂ, ਹੱਸਦੇ ਸ਼ਬਦ ਤੋਂ ਪਤਾ ਹੀ ਲੱਗ ਰਿਹਾ ਹਾਸ ਰਸੀ ਹੈ, ਕੋਈ ਦਿੱਕਤ ਨਹੀਂ। ਨਾਨਕ ਸਿੰਘ ਤੁਹਾਨੂੰ ਪਤਾ ਹੀ ਹੈ, ਇਹਦੀ ਕਹਾਣੀ ਵੀ ਦਿੱਤੀ ਹੋਈ ਹੈ। ਭੂਆ ਪ੍ਰਸਿੱਧ ਨਾਵਲਕਾਰ ਹੈ।
सदरां दे हार मिद्धे होए फुੱਲ ठंडियां छावां सुपनियां दी कबर स्वर्ग ते उस दे वारस उस दे कहानी संग्रह आ। बस बाकी कोई दिक्कत नहीं की कुछ बाकी नहीं। आह तो कहानी संग्रह के नाम थोड़े जे चेते रखने। कहानी यदि आप भूआ जी वो भी पढ़ांगे वो अपने एक उत्तम पुरखी शैली दे विच लिखी गई एक कहानी है जिहदे लेखक आप मुख पात्र है। जदों किसी कहानी जां कहानी दे विच कोई लेखक जिहड़ा लिखण वाला वो आप जदों मुख पात्र होवे तां उहनूं कहा जांदा उत्तम पुरखी शैली। कुलवंत सिंह विरक वारी आपां पढ़ांगे भी उत्तम पुरखी शैली की चीज़ है। गुरबख्श सिंह प्रीत लड़ी तां बेटा जी पढ़ना ही है, ਇਹਦੇ बिना ਤਾਂ कहानी है ਜਿਹੜੀ अधूरी है। गुरबख्श सिंह प्रीत लड़ी ਦੀਆਂ कहानियां प्रीत फलसफे प्यार कब्जा नहीं पहचान है। गुरबख्श सिंह प्रीत लड़ी का एक प्रीत फलसफा है। ਉਹਦੀ एक मतलब की है भी एक कह लो भी एक युगत है ਜਿਹਦੇ ਵਿੱਚ गल उभर के आती है कि प्यार कब्जा नहीं पहचान है। गल की सी मैं प्रीत कहानियां नाग प्रीत का जादू अनोखे ते इकल्ले वीणा विनोद प्रीतां दे पहरेदार भाभी मैना जिंदगी वारस है रंग सहकता दिल। उस दियां कहानियां नाल विच पेश हुई समस्यावां नूं नजिठण का सुनेहा भी दिता गया है। उस द्वारा संचालित प्रीत लड़ी मैगजीन अज भी मकबूल है। प्रीत लड़ी रसाला अज भी चलता है। प्रीत लड़ी मैगजीन गुरबख्श सिंह प्रीत लड़ी वालों कढ़िया गया, कोई वड्डा प्रश्न नहीं बनता गा। गुरमुख सिंह मुसाफिर कहानी संग्रह वक्री दुनिया सब अच्छा आलणे दे बोट सस्ता तमाशा कंधा बोल पईयां राष्ट्रवादी मानववादी विचारां नूं टटोलिया जा सकता है। ये वही है कि गुरमुख सिंह मुसाफिर जिहड़ा मैं सोच रहा वही निकले मेरे हिसाब नाल। तो मैं भुल जाना कई बारी, चलो कोई नहीं, तुसी किहड़ा बगाने जवाक अपने ही। हाँ, फॉर्मर चीफ मिनिस्टर ऑफ पंजाब, पंजाब का साबका CM रह चुकिया है, पंजाब का मुख्यमंत्री हुंदा सीगा गुरमुख सिंह मुसाफिर। यो ही है 1978 ਦੇ ਵਿੱਚ ਉਹਦੇ कहानी संग्रह उर्वार पार ਨੂੰ ਭਾਰਤੀ ਸਾਹਿਤ अकादमी पुरस्कार हासिल हो चुकिया है। सन भी चेते रखना, कहानी संग्रह भी चेते रखना, बंदे का नाम भी चेते रखना। गुरमुख सिंह मुसाफिर, मुसाफिर जड़ा होगा बेटा जी राह ते जान वाला, जा तो उर्वार रहूगा तो जा पार जाऊगा। उर्वार मतलब इस पार, पार मतलब उस पार। समझ गए? वैसे ही ट्रिक बनाई है याद कराने वास्ते तुहानू। मुसाफिर जाता और वार इस पार रहूगा तो जा उस पार जाऊगा, तो जे इस पार तो उस पार गया तो उन्होंने भारतीय साहित्य अकादमी का पुरस्कार मिलूगा। 1978 दे विच जाऊगा। ठीक है। मुढ़ले दौर में जसूआ फजलदीन 1903 तो 1976, कोई लोड़ नहीं इहदा सन याद रखण दी, कदों जम्मिया कदों मरिया नहीं। अदबी अफसाने, इखलाकी कहानियां, निक्कियां कहानियां, कहानी दे विच सांझे पंजाबी सभ्याचार नूं वडियाया। इहदे विच भी थोड़ी जी गल तुसीं ध्यान रखनी। प्रोफैसर मोहन सिंह तुहानूं पता ही है, प्रसिद्ध कवि है जिहड़ा निक्की निक्की वाशना उहदी चर्चित कहानी संग्रह है। पोठोहारी भाषा शैली की वरतों की है, पोठोहारी रंगण वालियां कहानियां लिखियां। संत सिंह सेखों तो आपां नूं पढ़ना ही है। समाचार कामे ते योधे, अद्धी वाट अद्धी रात नहीं, तीजा पहर सियाणपा आदि कहानी संग्रह। तकनीकी ते दृष्टि तो नवे तजर्बे करने हैं। ठीक है, आपां गल करांगे। प्रगतिवादी विचारधारा इहदी, बौद्धिक व्यंग, बौद्धिक दे नाल भरपूर कहानियां, प्रगतिवादी विचारधारा दे नाल संबंधित गल हो चुकी है। संत सिंह सेखों प्रगतिवादी विचारक है। बौद्धिक व्यंग है इहदियां कहानियां च, मलवई उपभाषा इहदियां कहानियां च, स्थितियां दा नाटकी पेशकारी करनी, ये इहदियां कहानियां दे विच आ चक्को 3 गल्लां चेते रखनियां तुसीं। प्रगतिवादी विचारधारा तो कॉमन है, तुहानूं चेते ही है। बौद्धिक व्यंग, मलवई उपभाषा ते स्थितियां दी नाटकी पेशकारी, ये आदि दे कथा जुगत है। सुजान सिंह, प्रिंसीपल सुजान सिंह प्रगतिशील समाज की उशारी नाल है भी प्रगतिवादी है। दुख सुख तो पिछों सब रंग, नरकां दे देवते नवा रंग, सब रंग नवा रंग, मनुख ते पशु सवाल जवाब, पत्तण ते गरां, शहर ते गरां, वड्डे दियां वडियाइयां। एक कहानी संग्रह है। जिवें संत सिंह सेखों मार्क्सवादी विचारधारा नूं अपनाउंदा है, प्रगतिवादी नूं, उवें ही सुजान सिंह भी है। शहर ते गरां कहानी संग्रह नूं भारतीय साहित्य अकादमी पुरस्कार मिलिया। सुजान सिंह दी की है भी शहर ते गरां दे विच रहिंदे लोक सुजान, ते उन्हां नूं की मिलदा फिर भारतीय साहित्य अकादमी पुरस्कार। नौरंग सिंह
ਪ੍ਰੀਤ ਲੜੀ ਦੇ ਪ੍ਰਭਾਵ ਅਧੀਨ ਕਹਾਣੀ ਸਿਰਜਣਾ ਸ਼ੁਰੂ ਕੀਤੀ ਹੈ। ਇਹ ਗੱਲ ਤੁਸੀਂ ਚੇਤੇ ਰੱਖਣੀ ਹੈ, ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਨਿਰੰਗ ਸਿੰਘ ਹੈ ਨਹੀਂ ਗਾ, ਚਲੋ ਮੰਨਦੇ ਆ, ਪਰ ਗੁਰਬਖਸ਼ ਸਿੰਘ ਪ੍ਰੀਤ ਲੜੀ ਤਾਂ ਹੈਗਾ ਨਾ। ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਅਗਰ ਅਜੇ ਵੀ ਕਿਹੜੇ ਇਹਨਾਂ ਦੇ ਵਿੱਚੋਂ ਕਿਹੜੇ ਕਹਾਣੀਕਾਰ ਨੂੰ ਪ੍ਰਭਾਵਿਤ ਕੀਤਾ, ਕਿਹੜਾ ਕਹਾਣੀਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਪ੍ਰਭਾਵ ਅਧੀਨ ਕਹਾਣੀ ਸਿਰਜਣਾ ਸ਼ੁਰੂ ਕਰਦਾ ਹੈ, ਤਾਂ ਨਾਮ ਆਊਗਾ ਨਿਰੰਗ ਸਿੰਘ। ਬੋਝਲ ਪੰਡਾ ਭੁੱਖੀਆਂ ਰੂਹਾਂ, ਅੱਗੇ ਕੋਈ ਕਹਾਣੀਆਂ ਦਿੱਤੀਆਂ, ਬੋਝਲ ਪੰਡਾ ਤੇ ਭੁੱਖੀਆਂ ਰੂਹਾਂ ਇਹਦੇ ਕਹਾਣੀ ਸੰਗ੍ਰਹਿ ਆ। ਮਿਰਜੇ ਦੀ ਜੂ ਅੰਨਾ ਖੂਹ ਬੂਆ ਖੁੱਲ ਗਿਆ, ਵਾਹ ਕਿਆ ਬਾਤ ਹੈ। ਕਰਤਾਰ ਸਿੰਘ ਦੁੱਗਲ ਤਾਂ ਤੁਹਾਨੂੰ ਪਤਾ ਹੀ ਹੈ, ਪੜ੍ਹਨਾ ਹੀ ਹੈ। ਦੂਸਰੇ ਪੜਾਅ ਦਾ ਪ੍ਰਸਿੱਧ ਕਹਾਣੀਕਾਰ ਹੈ, ਦੂਜੇ ਪੜਾਅ ਦਾ, ਪਹਿਲੇ ਪੜਾਅ ਉੱਤੇ ਖਤਮ ਹੋ ਗਿਆ। ਸਵੇਰ ਸਾਰ ਪਿੱਪਲ ਪੱਤੀਆਂ ਕੁੜੀ ਕਹਾਣੀ ਕਰਦੀ ਗਈ, ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬਾਹੀਂ ਚੂੜਾ ਛਣਕੇ, ਡੰਗਰ ਕੱਚਾ ਦੁੱਧ ਅੱਗ ਖਾਣ ਵਾਲੇ, ਨਵਾਂ ਘਰ ਨਵਾਂ ਆਦਮੀ, ਲੜਾਈ ਨਹੀਂ, ਫੁੱਲ ਤੋੜਨਾ ਮਨਾ ਹੈ, ਕਰਾਮਾਤ ਗੈਰਜ, ਪਾਰੇ ਮੈਰੇ ਇੱਕ ਛਿੱਟ ਚਾਨਣ ਦੀ, ਹੰਸਾ ਆਦਮੀ। ਉਸ ਦੀਆਂ ਕਹਾਣੀਆਂ ਦੇ ਵਿੱਚ ਮਨੋਵਿਗਿਆਨਿਕ ਦ੍ਰਿਸ਼ਟੀ ਨੂੰ, ਇਹ ਤਾਂ ਆਪਾਂ ਪੂਰਾ ਸ਼ਾਨਦਾਰ ਪੜ੍ਹਾਂਗੇ, ਮਨੋਵਿਗਿਆਨਿਕ ਦ੍ਰਿਸ਼ਟੀ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ। ਕੁੜੀਆਂ ਦਾ ਕਹਾਣੀਕਾਰ ਇਹਨੂੰ ਕਿਹਾ ਜਾਂਦਾ ਹੈ। ਕਰਤਾਰ ਸਿੰਘ ਦੁੱਗਲ ਨੂੰ ਇੱਕ ਛਿੱਟ ਚਾਨਣ ਦੀ ਉੱਪਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਹ ਗੱਲਾਂ ਪੂਰੀਆਂ ਕਰਾਂਗੇ ਆਪਾਂ। ਆ ਜਾਓ ਸੰਤੋਖ ਸਿੰਘ ਧੀਰ ਤੇ। ਪ੍ਰਗਤੀਵਾਦੀ ਯਥਾਰਥਵਾਦੀ ਪ੍ਰਵਰਤੀ ਹੈ। ਹਾਂ ਠੀਕ ਹੈ, ਬਿਲਕੁਲ ਸਹੀ ਹੈ। ਸਿੱਟਿਆਂ ਦੀ ਛਾਂ ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਿਲਾਸ, ਊਸ਼ਾ ਭੈਣ ਜੀ, ਇਹ ਮਹੱਤਵਪੂਰਨ ਕਹਾਣੀ ਸੰਗ੍ਰਹਿ ਹੈ। ਸਾਂਝੀ ਕੰਧ ਤੁਹਾਨੂੰ ਪਤਾ ਹੀ, ਕਹਾਣੀ ਵੀ ਪੜ੍ਹਾਂਗੇ ਆਪਾਂ। ਪੱਖੀ ਪੁਸਤਕ ਉੱਤੇ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ। ਸੰਤੋਖ ਸਿੰਘ ਧੀਰ ਨੂੰ ਪੱਖੀ ਪੁਸਤਕ ਸੰਗ੍ਰਹਿ, ਕਹਾਣੀ ਸੰਗ੍ਰਹਿ ਦੇ ਉੱਪਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਸੰਘਰਸ਼ੀਲ ਪਾਤਰਾਂ ਦੀ ਪੇਸ਼ਕਾਰੀ, ਬਿਲਕੁਲ ਸਹੀ ਹੈ ਗੱਲ। ਪਾਤਰ ਇਹਦੇ ਸੰਘਰਸ਼ੀਲ, ਮਲਵਈ ਉਪਭਾਸ਼ਾ ਦੀ ਵਰਤੋਂ, ਵਿਅੰਗ ਦੀ ਵਰਤੋਂ ਕਰਨੀ, ਇਹ ਇਹਦੀ ਕਹਾਣੀ ਦੀਆਂ ਕਲਾ ਹਨ। ਤਿੰਨੇ ਹੀ ਗੱਲਾਂ ਤੁਸੀਂ ਚੇਤੇ ਰੱਖਣੀਆਂ। ਪਾਤਰ ਇਹਦੇ ਕਿਹੜੇ ਆ? ਪਾਤਰ ਇਹਦੇ ਕੋਈ ਸਧਾਰਨ ਨਹੀਂ ਗੇ, ਸੰਘਰਸ਼ੀਲ ਪਾਤਰ ਹੈ। ਕੋਈ ਆਰਥਿਕ ਪੱਖੋਂ ਕਮਜ਼ੋਰ ਨਹੀਂ, ਕੋਈ ਕੁਛ ਨਹੀਂ, ਸੰਘਰਸ਼ ਕਰ ਰਹੇ ਆ। ਮਲਵਈ ਉਪਭਾਸ਼ਾ ਦੀ ਵਰਤੋਂ ਆ, ਵਿਅੰਗ ਆ, ਸ਼ਬਦਾਂ ਦੀ ਖੇਡ ਆ, ਸਿਲੈਕਸ਼ਨ ਸ਼ਬਦਾਂ ਦੀ ਖੇਡ ਆ ਬੇਟਾ ਜੀ, 3 ਸ਼ਬਦ ਨਿਕਲ ਕੇ ਆਉਂਦੇ ਆ। ਪੱਖੀ ਕਹਾਣੀ ਸੰਗ੍ਰਹਿ। ਅੱਗੇ ਆ ਗਿਆ ਜੀ ਕੁਲਵੰਤ ਸਿੰਘ ਵਿਰਕ, ਬਿਲਕੁਲ ਆਪਾਂ ਪੜ੍ਹਾਂਗੇ, ਇੰਪੋਰਟੈਂਟ ਹੈ। ਸਿਰਫ ਕਹਾਣੀਆਂ ਲਿਖਣ ਤੇ ਇਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ, ਇਸ ਕੁਲਵੰਤ ਸਿੰਘ ਵਿਰਕ ਨੇ ਸਾਰੀ ਜ਼ਿੰਦਗੀ ਦੇ ਵਿੱਚ ਸਿਰਫ ਕਹਾਣੀਆਂ ਹੀ ਲਿਖੀਆਂ, ਹੋਰ ਕੁਛ ਨਹੀਂ ਲਿਖਿਆ, ਤੇ ਬਹੁਤ ਸ਼ਾਨਦਾਰ ਯੋਗਦਾਨ ਰਿਹਾ ਇਹਦਾ। ਕਹਾਣੀ ਪੜ੍ਹਾਂਗੇ ਇਹਦੀ, ਮੈਨੂੰ ਜਾਣਨਾ ਦਿੱਤੀ ਹੋਈ ਹੈ ਨਾ, ਮੈਨੂੰ ਜਾਣਨਾ ਵੀ ਕੀ ਤੂੰ ਮੈਨੂੰ ਜਾਣਦਾ, ਕਹਾਣੀ ਉਹ ਆਪਾਂ ਪੜ੍ਹਾਂਗੇ। ਮਾਨਵਵਾਦੀ ਕਹਾਣੀਕਾਰ ਹੈ ਪੰਜਾਬੀ ਦਾ, ਮਾਨਵਵਾਦੀ। ਕੁਲਵੰਤ ਸਿੰਘ ਵਿਰਕ ਮਾਨਵਵਾਦੀ ਕਹਾਣੀਕਾਰ ਹੈ। ਕੁਲਵੰਤ ਸਿੰਘ ਵਿਰਕ ਕਿਹੜਾ ਕਹਾਣੀਕਾਰ ਹੈ ਬੇਟਾ ਜੀ? ਸਾਡਾ ਮਾਨਵਵਾਦੀ ਕਹਾਣੀਕਾਰ ਹੈ। ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਨ ਵਾਲਾ ਕੌਣ ਹੈ? ਕੁਲਵੰਤ ਸਿੰਘ ਵਿਰਕ। ਦੂਜਾ ਪ੍ਰਸ਼ਨ 2 ਨਿਕਲ ਆਏ। ਮਾਨਵਵਾਦੀ ਕਹਾਣੀਕਾਰ ਕੌਣ? ਕੁਲਵੰਤ ਸਿੰਘ ਵਿਰਕ। ਸਧਾਰਨ ਮਨੁੱਖ ਨੂੰ ਸਧਾਰਨ ਰੂਪ ਵਿੱਚ ਪੇਸ਼ ਕਰਨ ਵਾਲਾ ਕੌਣ ਹੈ? ਕੁਲਵੰਤ ਸਿੰਘ ਵਿਰਕ। ਛਾਹ ਵੇਲਾ, ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਇੱਕ ਸਕੇ ਹੰਬਾਰਕ, ਦੁੱਧ ਦਾ ਛੱਪੜ, ਗੋਲਾ, ਨਵੇਂ ਲੋਕ, ਅਸਤਬਾਜੀ। ਦੁੱਧ ਦਾ ਛੱਪੜ ਕਹਾਣੀ ਤਾਂ ਆਪਾਂ ਪੜ੍ਹਾਂਗੇ, ਇਹਦੇ ਕਹਾਣੀ ਸੰਗ੍ਰਹਿ ਆ। ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਕੋਈ ਵਿੱਚ ਕਹਾਣੀ ਪ੍ਰਸਿੱਧ ਹੁੰਦੀ ਹੈ, ਉਸ ਪ੍ਰਸਿੱਧ ਕਹਾਣੀ ਦੇ ਨਾਮ ਤੇ ਹੀ ਕਹਾਣੀ ਸੰਗ੍ਰਹਿ ਦਾ ਨਾਮ ਹੁੰਦਾ ਪੂਰੇ ਦਾ। ਇਸੇ ਕਰਕੇ ਦੁੱਧ ਦਾ ਛੱਪੜ ਕਹਾਣੀ ਸੰਗ੍ਰਹਿ ਦੇ ਵਿੱਚ ਦੁੱਧ ਦਾ ਛੱਪੜ ਕਹਾਣੀ ਦਿੱਤੀ ਹੋਈ ਹੈ। ਨਵੇਂ ਲੋਕ ਪੁਸਤਕ ਨੂੰ 1968 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਨਵੇਂ ਲੋਕ ਇਹਦੀ ਕਹਾਣੀ ਸੰਗ੍ਰਹਿ ਪੁਸਤਕ ਆ, ਜਿਹਨੂੰ 1968 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ। ਸਹਿਜ ਬਿਰਤਾਂਤ ਮਤਲਬ ਘਟਨਾ ਦਾ ਵਰਣਨ ਸਹਿਜ ਤਰੀਕੇ ਨਾਲ ਕਰਨਾ। ਸਹਿਜ ਬਿਰਤਾਂਤ, ਸਹਿਜ ਸ਼ਬਦ ਕੁਲਵੰਤ ਸਿੰਘ ਵਿਰਕ ਨਾਲ ਜੋੜ ਦਿਓ। ਮਨੋਵਿਗਿਆਨਿਕ ਪਾਤਰ ਉਸਾਰੀ, ਇਹ ਵੀ ਇਹਦੇ ਨਾਲ ਜੋੜ ਦਿਓ। ਉੱਤਮ ਪੁਰਖੀ ਬਿਰਤਾਂਤ, ਉੱਤਮ ਪੁਰਖੀ ਬਿਰਤਾਂਤ ਦੀ ਸਭ ਤੋਂ ਜ਼ਿਆਦਾ ਵਰਤੋਂ ਹੀ ਕੁਲਵੰਤ ਸਿੰਘ ਵਿਰਕ ਨੇ ਕੀਤੀ ਹੈ। ਜਿਹੜੀ ਆਪਾਂ ਕਹਾਣੀ ਪੜ੍ਹਨੀ ਹੈ ਨਾ, ਇਹਦੀ ਮੈਨੂੰ ਜਾਣਨਾ, ਉਹ ਕਹਾਣੀ ਉੱਤਮ ਪੁਰਖੀ ਸ਼ੈਲੀ ਦੇ ਵਿੱਚ ਲਿਖੀ ਗਈ ਹੈ। ਤੁਸੀਂ ਅੱਜ ਜ਼ਰੂਰ ਪੜ੍ਹਿਓ, ਕਹਾਣੀਆਂ ਪੜ੍ਹ ਕੇ ਰੱਖਿਓ। ਗੁਰਦਿਆਲ ਸਿੰਘ ਤੁਹਾਨੂੰ ਪਤਾ ਹੀ ਹੈ, ਪ੍ਰਸਿੱਧ ਨਾਵਲਕਾਰ ਹੈ, ਪਰ ਇਹਨੇ ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਮਰਦ, ਕੁੱਤਾ ਤੇ ਆਦਮੀ, ਬਗਾਨਾ ਪਿੰਡ, ਪੱਕਾ ਟਿਕਾਣਾ, ਨਿਮਨ ਵਰਗ ਦੀਆਂ ਸਮੱਸਿਆਵਾਂ ਇਹਨੇ ਆਪਣੇ ਨਾਵਲਾਂ ਦੇ ਵਿੱਚ ਵੀ ਪੇਸ਼ ਕੀਤੀਆਂ ਤੇ ਕਹਾਣੀ ਦੇ ਵਿੱਚ ਵੀ ਉਹੀ ਹੈ। ਮਹਿੰਦਰ ਸਿੰਘ ਸਰਨਾ, ਪੱਥਰ ਤੇ ਆਦਮੀ, ਸ਼ਗਨਾ ਭਰੀ ਸਵੇਰ, ਸੁਪਨਿਆਂ ਦੀ ਸੀਮਾ, ਵੰਜਲੀ ਤੇ ਵਿਲਕਣੀ, ਛਵੀਆਂ ਦੀ ਰੁੱਤ, ਕਲਿੰਗਾ, ਸੁੰਦਰ ਘਾਟੀ ਦੀ ਸਹੁੰ, ਸੂਹਾ ਗੁਲਾਬ, ਕਾਲਾ ਬੱਦਲ। ਕਿਆ ਬਾਤ ਹੈ, ਸੂਹਾ ਗੁਲਾਬ, ਕਾਲਾ ਬੱਦਲ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਹੋਈ ਹੈ। ਹਾਂ,
उसने मध्य वर्गी जीवन शैली की पेशकारी की है, अपनिया कहानियां दे विच मध्य वर्गी पेशकारी की है। उत्ते कहानी संग्रह याद रखने है, मध्य वर्गी महेंद्र सिंह सरना दे नाल जोड़ दिओ। 1994 दे विच औरत ईमान कहानी संग्रह नूं भारतीय साहित्य अकादमी पुरस्कार मिले। ਜਿਹੜਾ भी 12वीं की जमात में भारतीय साहित्य अकादमी पुरस्कार लिखे हुए उन्होंने एक लिस्ट तैयार कर लियो, सारिਆਂ दे ला लियो भी इनू भारतीय साहित्य अकादमी पुरस्कार मिले। अगे इस्त्री कहानीकारां दे विचों लिखे हुए कोई नहीं, इन्हों अपना कोई एडा है नहीं, एक माड़ा मोटा इनू पढ़ लियो। प्रभजोत कौर दी किणके अमन दे नां जिंदगी दे कुछ पल। दलीप कौर टिवाणा आपां नावलिस्ट दे विच पढ़िया सी, इनू इत्थे तां आपां पढ़ना ही नहीं। इनू परबल वैण छांटा वरागे नैण वेदना तू भरी हुंगारा साधना यात्रा अमरता प्रीतम 26 वरे बाद कुंजियां नेड़े तेड़े आखिरी खत अजनबी कहानी संग्रह। सुखबीर जिहड़ा इन्हें की किया है, इन्हें भी कहानियां लिखियां। सुखबीर महानगरी जीवन शैली नूं बयान करने वालियां कहानियां। महानगरी मतलब दिल्ली मुंबई वर्गे महानगरां नूं सुखबीर ने अपनियां कहानियां दे विच लिया है। डुबदा चढ़दा सूरज, मिट्टी ते मनुख, कलियां कारियां मनुख ते जड़ा। नवतेज सिंह ਇਹਦੀਆਂ कहानी संग्रह देश वापसी, नवीं रुत, बासमती दी बहक, चानण दे बीज। अगे आ गया जी राम स्वरूप अणखी। राम स्वरूप अणखी है जिहड़ा इनू आपां नावल दे विच पढ़िया सीगा, कहानी दे विच आपां इनू नहीं पढ़ना गा, पर इत्थे तां तुहानूं पता है 12वीं वाली च तां पढ़ना ही है बेटा जी। प्रमुख गल्पकार है कच्चा धागा, मनुख दी मौत, टीसी दा बेर, कंध विच उग्या रुख, खारा दुੱਧ, अद्धा आदमी, सवाल दर सवाल, छप्पड़ी वेड़ा, कदों फिरनगे दिन, किले नाल बन्निया आदमी, मलवई रहतन नाल जुड़िया होया। तो आपां नूं पता ही है राम स्वरूप अणखी मालवे के रहतन नाल यथार्थवादी कला दृष्टि है। जसवंत सिंह विरदी ने भी कुछ कहानियां लिखियां। पीड़ पराई अपनी अपनी सीमा, गम दा साक, जिंदगी नदी दा पानी, बदतमीज लोक दे तप दी मिट्टी। गुलजार सिंह संधू। बाकी तो ये कॉमन याद रखने, जिहड़े असली तो अपने उपर रह गए, इन्हों भी पढ़ लेना। तुसीं अजीत कौर दी आ जाओ, क्योंकि अजीत कौर तो अपने सिलेबस दे विच दे रखी है। ये कहानी विच नवीं चर्चा नूं जन्म दिंदी है। बेबाक कहानीकार है ये, क्योंकि ये की है कि औरत ते मर्द के जिनसी संबंधां नूं बेबाक तरीके नाल, खुले तरीके नाल, ओपन माइंड दे नाल ये शरेआम अपनी कहानियां दे विच लिखदी है। गुलबानो, बुत शिकन, मौत अली बाबे दी, ना मारो अपने अपने जंगल, नवंबर 84, नवंबर 1984। गुरबचन सिंह भुल्लर। लो जी गुरबचन सिंह भुल्लर तो आप बेटा जी पढ़ना है, बिल्कुल गुरबचन सिंह भुल्लर पढ़ना है। तो अगे जसवीर भुल्लर नहीं, इत्थे थोड़ा जिहा देख लेना बस तुसीं। गुरबचन सिंह भुल्लर दी अग्नि कलश जिहड़ी कहानी संग्रह आ, उन्होंने भारतीय साहित्य अकादमी पुरस्कार मिलिया। वक्ता मारे मैं गजनवी नहीं, दीवे वांग बलदी अख, अग्नि कलश, 3 मूर्तियां वाला मंदिर, ये कहानी संग्रह आ। मलवई जीवन नूं पेश किया। शुरू दे विच तां मलवई जीवन नूं पेश करदा है, पर बाद दे विच दिल्ली वर्गे महानगर नूं पेश करदा है। मतलब की है कि मलवई पेंडू मालवे तो दिल्ली महानगर तक दा सफ़र करने वाला कहानीकार कौन है? ये हैगा जी गुरबचन सिंह भुल्लर। जसवीर भुल्लर दियां भी देख लियो की कुछ है कहानियां। मोहन भंडारी दी मून दी अख कहानी संग्रह नूं भारतीय साहित्य अकादमी पुरस्कार मिलिया। मोहन भंडारी दी मून दी अख कहानी संग्रह 1998 दे विच यह कहानी संग्रह छपिया सी। अगे आ गया जी अपना बाई प्रेम प्रकाश। इहदियां कहानियां तां आपां बिल्कुल पढ़नियां। प्रेम प्रकाश 2nd ग्रेड दे विच दे रखिया है। प्रेम प्रकाश हाँ जी 2nd ग्रेड च ही है बिल्कुल। आ जाओ प्रेम प्रकाश दीयां कहानियां। कुछ अणकिहा भी कहानी संग्रह प्रेम प्रकाश की 1992 के भारतीय साहित्य अकादमी पुरस्कार मिले। कुछ अणकिहा भी कहानी संग्रह नूं 1992 के भारतीय साहित्य अकादमी पुरस्कार मिले। ध्यान रखना है तुसीं, इस गल नूं याद रखना है। कहानियां विच पाठक घेरा बड़ा वसी है। शहरी तर्ज की जिंदगी विच आ रहे बदलाव कारण मानवी मन दीयां पेचीदगियां नूं सफलता सहित बयान करदा है। अपने पात्रां नूं चित्र समय मनोविग्यानिक जुगतां की वरतों कहानी की रचना विच करदा है। जिवें कुलवंत सिंह विरक करदा है पात्रां की रचना समय मनोविग्यानिक जुगतां की वरतों पात्रां के चित्रण समय, उवें ही कौन करदा? प्रेम प्रकाश। कचकड़े, नमाजी, मुक्ति, रंगमंच ते भिक्षु, श्वेतांबर ने कहा सी, सुनदा है खलीफा। कुछ अणकिहा भी 1992 याद रखना। वरियाम सिंह संधू, वरियाम सिंह संधू दोनों याद रखना तुसीं। आ जाओ फिर। तीजे पड़ाव का चर्चित कहानीकार है
ਲੰਬੀ ਕਹਾਣੀ ਲਿਖਣ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਹੈ। ਧਿਆਨ ਰੱਖਿਓ, ਵਰਿਆਮ ਸਿੰਘ ਸੰਧੂ ਦੀ ਆਪਾਂ ਇੱਕ ਕਹਾਣੀ ਜਿਹੜੀ ਪੜ੍ਹਾਂਗੇ ਉਹ ਵੀ ਬਹੁਤ ਲੰਮੀ ਹੈ, ਲੈਂਥ ਦੇ ਵਿੱਚ। ਲੰਬੀ ਕਹਾਣੀ ਦੀ ਪਿਰਤ ਪਾਉਣ ਵਾਲਾ, ਲੰਬੀ ਕਹਾਣੀ ਲਿਖਣ ਵਾਲਾ ਆਧੁਨਿਕ ਯੁੱਗ ਦੇ ਵਿੱਚ, ਮਤਲਬ ਕੀ ਹੈ, ਆਧੁਨਿਕ ਪੰਜਾਬੀ ਕਹਾਣੀ ਦੇ ਯੁੱਗ ਦੇ ਵਿੱਚ ਤੀਜੇ ਪੜਾਵ ਦੇ ਵਿੱਚ ਵਰਿਆਮ ਸਿੰਘ ਸੰਧੂ। ਲੋਹੇ ਦੇ ਹੱਥ, ਅੰਗ ਸੰਗ, ਭੱਜੀਆਂ ਬਾਹੀ, ਚੌਥੀ ਕੂਟ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ ਹੈ। ਬਾਕੀ ਜੋ ਵੀ ਵਰਿਆਮ ਸਿੰਘ ਸੰਧੂ ਬਾਰੇ ਤੁਹਾਨੂੰ ਸਭ ਮਿਲ ਜੂਗਾ। ਗੁਰਦੇਵ ਸਿੰਘ ਰੁਪਾਣਾ ਦੀਆਂ ਹੈਗੀਆਂ ਦੇਖੋ ਜੀ, ਸ਼ੀਸ਼ਾ ਤੇ ਹੋਰ ਕਹਾਣੀਆਂ, ਇੱਕ ਟੋਟਾ ਔਰਤ, ਆਪਣੀ ਅੱਖ ਦਾ ਜਾਦੂ, ਡਿਫੈਂਸ ਲਾਈਨ। ਮਲਵਈ ਮੁਹਾਵਰੇ ਦੇ ਵਿੱਚ ਲਿਖਣ ਵਾਲਾ ਹੈ। ਦਿੱਲੀ ਮਹਾਨਗਰ ਦੇ ਵਿੱਚ ਜੀਵਨ ਬਿਤਾਉਂਦਾ ਹੈ ਪਰ ਫਿਰ ਵੀ ਰਚਨਾਵਾਂ ਦੇ ਵਿੱਚੋਂ ਪੇਂਡੂ ਰਹਿਤਲ। ਮਨਮੋਹਨ ਬਾਵਾ, ਕਿਰਪਾਲ ਕਜਾਕ, ਬਲਦੇਵ ਸਿੰਘ, ਪ੍ਰਗਟ ਸਿੰਘ ਸਿੱਧੂ, ਗੁਰਪਾਲ ਲਿੱਟ, ਇਹ ਆਮ ਜੇ ਕਹਾਣੀਕਾਰ ਆ ਵਿਚਾਰੇ, ਜ਼ਿਆਦਾ ਪ੍ਰਸਿੱਧ ਨਹੀਂ ਗੇ। ਇਹਨਾਂ ਨੂੰ ਛੱਡੋ ਤੁਸੀਂ, ਮੈਨੂੰ ਨਹੀਂ ਲੱਗਦਾ ਕੋਈ ਅੱਗੇ ਹੈ ਜਿਹੜਾ ਹੈ ਕੋਈ ਚੱਜ ਦਾ ਨਹੀਂ ਗਾ। ਬਸ ਇਹਨਾਂ ਬਾਰੇ ਇਹ ਹੈ ਤਾਂ ਮਤਲਬ ਇੱਕ ਤਰ੍ਹਾਂ ਦਾ ਕਚਰੇ ਜਿਹੇ ਦੇ ਰੂਪ ਵਿੱਚ ਹੀ ਲੱਗਦਾ, ਪਰ ਫਿਰ ਵੀ ਤੁਸੀਂ ਕੋਸ਼ਿਸ਼ ਕਰਿਓ ਇੱਕ ਦੋ ਵਾਰੀ ਤੁਸੀਂ ਇਹਨੂੰ ਮਾੜਾ ਜਿਹਾ ਪੜ੍ਹ ਲਿਓ, ਨਿਗਾਹ ਮਾਰ ਲਿਓ। ਮਨਮੋਹਨ ਬਾਵਾ, ਜਿਨ੍ਹਾਂ ਦੇ ਨਾਮ ਤੁਸੀਂ ਬਾਹਲੇ ਸੁਣੇ ਜੇ ਹੈ ਨਾ, ਉਹਨਾਂ ਨੂੰ ਤੁਸੀਂ ਮਾੜਾ ਜਿਹਾ ਆਪਣੇ ਯਾਦ ਰੱਖ ਲਿਓ। ਰਵਿੰਦਰ ਰਵੀ ਵੀ ਠੀਕ ਲਿਖਦਾ। ਅਮਨਪਾਲ ਸਾਰਾ ਤਾਂ ਫਿਰ ਆਪਣੀ ਹੈਗੀ ਹੈ, ਸਰਦ ਰਿਸ਼ਤੇ ਤੇ 20 ਦਾ ਨੋਟ। ਹਰਪ੍ਰੀਤ ਸੇਖਾ ਦੀ ਵੀ ਕਹਾਣੀ ਆਪਾਂ ਪੜ੍ਹਨੀ ਹੈ, 12ਵੀਂ ਦੇ ਵਿੱਚ ਦੇ ਰੱਖੀ ਆ। ਇਹਨਾਂ ਨੂੰ ਥੋੜ੍ਹਾ ਜਿਹਾ ਢੰਗ ਨਾਲ ਯਾਦ ਕਰ ਲਿਓ। ਆਪਣੇ ਕੋਈ ਦਿੱਤਾ ਹੋਣਾ ਬਲਦੇਵ ਧਾਲੀਵਾਲ, ਅੱਛਾ ਬਲਦੇਵ ਸਿੰਘ ਧਾਲੀਵਾਲ, ਉਹ ਗੁਰਮੀਤ ਘੜਿਆਲਵੀ ਦੀ ਅੱਕ ਦਾ ਬੂਟਾ, ਊਣੇ ਆਤੂ ਖੋਜੀ ਆਪਾਂ ਪੜ੍ਹਾਂਗੇ ਹੈ ਨਾ। ਹਾਂ, ਅੱਗੇ ਦੇਖ ਲਓ, ਬਾਕੀਆਂ ਦੇ ਨਾਂ ਹੀ ਦਿੱਤੇ ਆ। ਰਾਜਸਥਾਨੀ ਪੰਜਾਬੀ ਲੋਕ ਵੱਡੀ ਗਿਣਤੀ ਵਿੱਚ ਕਹਾਣੀ ਰਚ ਰਹੇ ਆ, ਤੇ ਪਰ ਕਹਾਣੀ ਦਾ ਕੋਈ ਨਹੀਂ, ਬੰਦਿਆਂ ਦੇ ਨਾਮ ਹੀ ਦਿੱਤੇ ਆ। ਹਰਪਾਲ ਸਿੰਘ ਲੱਖੀਆਂ ਦਾ ਦੇਤਾ, ਪ੍ਰੀਤਮ ਸਿੰਘ ਤੇ ਸਰਦਾਰ ਕਿਸ਼ਨ ਸਿੰਘ ਪ੍ਰਮੁੱਖ ਰਾਜਸਥਾਨੀ ਕਹਾਣੀਕਾਰ ਹਨ। ਲਓ ਜੀ, ਇਹ ਆਪਣਾ ਆਧੁਨਿਕ ਪੰਜਾਬੀ ਕਹਾਣੀ ਦੇ ਵਿੱਚ ਗੱਲ ਖਤਮ ਹੋ ਗਈ ਹੈ ਜੀ। ਅਗਲੀ ਆਪਾਂ ਕੀ ਹੈ ਵੀ, ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪਤਾ ਹੀ ਹੈ ਕਹਾਣੀਕਾਰ ਉਹੀ ਪੜ੍ਹਨਾ ਜਿਹੜਾ ਆਪਾਂ ਨੂੰ ਦੇ ਰੱਖਿਆ ਗੁਰਬਖਸ਼ ਸਿੰਘ ਪ੍ਰੀਤ ਲੜੀ, ਅਤੇ ਉਹਦੇ ਨਾਲ ਆਪਾਂ ਉਹਦੀ ਪ੍ਰਸਿੱਧ ਕਹਾਣੀ ਦੇ ਰੱਖੀ ਹੈ 10ਵੀਂ ਦੀ ਜਮਾਤ ਦੇ ਵਿੱਚ। ਉਹ ਆਪਾਂ ਜ਼ਰੂਰ ਬਹੁਤਾ ਪਾਂਦੀ ਹੈ ਜਿਹੜੀ ਉਹ ਵੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ, ਅਤੇ ਉਹਦੇ ਵਿੱਚੋਂ ਵੀ ਕੋਈ ਪ੍ਰਸ਼ਨ ਜਿਹੜੇ ਕੋਈ ਬਣਨਗੇ XYZ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਲਓ ਜੀ, ਇਹਨੂੰ ਤੁਸੀਂ ਹੁਣ ਥੋੜ੍ਹਾ ਜਿਹਾ 2-4 ਵਾਰੀ ਢੰਗ ਨਾਲ ਦੇਖ ਲਿਓ। ਜਿਹੜੀਆਂ ਕਹਾਣੀ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲੇ ਆ ਅਤੇ ਕਦੋਂ ਮਿਲੇ ਆ, ਉਹ ਤੁਸੀਂ ਥੋੜ੍ਹੇ ਜਿਹੇ ਸਨ ਉਹਨਾਂ ਦੇ, ਅਤੇ ਉਹ ਕਹਾਣੀ ਸੰਗ੍ਰਹਿ ਆ ਜਿਹੜੇ ਉਹਨਾਂ ਨੂੰ ਅੱਡ ਤੁਸੀਂ ਇੱਕ ਲਿਸਟ ਉਹਨਾਂ ਦੀ ਜ਼ਰੂਰ ਬਣਾ ਲਿਓ। ਮਿਲਦੇ ਆ ਜੀ ਅਗਲੀ ਜਮਾਤ ਲੈ ਕੇ ਜਲਦੀ। ਰੱਬ ਰਾਖਾ।